ਵੈਕਸੀਨੇਸ਼ਨ ਨੂੰ ਲੈ ਕੇ ਓਨਟਾਰੀਓ ਦੇ ਵਿੱਚ ਇਸ ਵੇਲੇ ਮੌਜੂਦਾ ਸਥਿਤੀ ਕੀ ਹੈ? ਲਗਭਗ 50,000 ਤੋਂ ਉੱਪਰ ਵੈਕਸੀਨੇਸ਼ਨ ਡੇਲੀ ਜਿਹੜੀ ਓਨਟਾਰੀਓ ਦੇ ਵਿੱਚ ਹੋ ਰਹੀ ਹੈਗੀ ਆ। ਹੁਣ ਟੋਟਲ ਤੁਸੀਂ ਕਹਿ ਲਓ ਕਿ 3,75,000 ਲੋਕੀ ਫੁੱਲੀ ਵੈਕਸੀਨੇਟਡ ਹੋ ਚੁੱਕੇ ਹੈਗੇ। ਫਲਾਈਟਾਂ ਜਿਹੜੀਆਂ UK ਵਗੈਰਾ ਅਦਰ ਕੰਟਰੀਜ਼ ਤੋਂ ਆ ਹੀ ਰਹੀਆਂ ਹੈਗੀਆਂ। ਹੋਟਲ 'ਚ ਲੋਕੀ ਜਾ ਰਹੇ ਹੈਗੇ ਔਰ ਹੋਟਲਸ 'ਚ ਵੀ ਕੁਝ ਮੈਂ ਖਬਰ ਸੁਣਨ ਨੂੰ ਆਈ ਹੈਗੀ ਕਿ ਹੋਟਲਾਂ ਵਿੱਚ ਵੀ ਜਿਹੜੀ ਇਹ ਬ੍ਰੇਕਆਊਟ ਹੋ ਰਿਹਾ ਹੈਗਾ, ਜਿਹੜੀ ਕਿ ਇੱਕ ਮੇਜਰ ਪ੍ਰੋਬਲਮ ਸਾਨੂੰ ਓਨਟਾਰੀਓ 'ਚ ਫੇਸ ਹੋ ਰਹੀ ਹੈ। ਡਾਇਰੈਕਟ ਫਲਾਈਟਾਂ ਪਾਕਿਸਤਾਨ ਇੰਡੀਆ ਤੋਂ ਬੰਦ ਹੈਗੀਆਂ, ਬਟ ਇਨਡਾਇਰੈਕਟਲੀ ਤੁਸੀਂ ਆ ਸਕਦੇ ਹੋ। ਤੁਸੀਂ ਨੇਪਾਲ ਜਾ ਕੇ ਆ ਸਕਦੇ ਹੋ, ਤੁਸੀਂ ਜਾਪਾਨ ਤੋਂ ਆ ਸਕਦੇ ਹੋ। ਵਰਲਡ ਲੈਵਲ ਤੇ ਫਿਰ ਉਹਨੂੰ ਅਸੀਂ ਕੈਨੇਡਾ ਲੈਵਲ ਤੇ ਔਰ ਇੰਡੀਆ ਲੈਵਲ ਦੇ ਉੱਪਰ ਜੇ ਅਸੀਂ ਥੋੜਾ ਜਿਹਾ ਇਹਦੇ ਤੇ ਝਾਤ ਮਾਰਨੀ ਹੋਵੇ ਤਾਂ ਕਿਵੇਂ ਦੇਖ ਰਹੇ ਹੋ ਇਸ ਵੇਲੇ ਵੈਕਸੀਨੇਸ਼ਨ ਰੋਲ ਆਊਟ ਨੂੰ? ਆਸਟ੍ਰੇਲੀਆ ਨੇ ਤਾਂ ਇਵਨ ਇਹ ਵੀ ਕਹਿ ਦਿੱਤਾ ਹੈਗਾ ਕਿ ਉਹਨਾਂ ਦੇ ਕੋਈ ਅਗਰ ਇੰਡੀਆ ਦੇ ਵਿੱਚ ਆਸਟ੍ਰੇਲੀਅਨ ਰਹਿ ਰਹੇ ਹੈਗੇ, ਅਗਰ ਉਹ ਵਾਪਸ ਆਉਣਗੇ ਤਾਂ ਉਹਨਾਂ ਨੂੰ ਜੇਲ੍ਹ ਤੱਕ ਹੋ ਸਕਦੀ ਹੈ। ਸੋ ਸਾਡਾ ਅਗਲਾ ਸੈਗਮੈਂਟ ਮੇਰੇ ਨਾਲ ਇਸ ਵੇਲੇ ਭੁਪਿੰਦਰ ਜੀ ਨੇ ਤੇ ਅਸੀਂ ਵੈਕਸੀਨੇਸ਼ਨ ਨਾਲ ਸੰਬੰਧਿਤ ਹੀ ਕੁਝ ਹੋਰ ਲੇਟੈਸਟ ਅਪਡੇਟਸ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ। ਕੁਝ ਟੈਕਨੀਕੈਲਿਟੀਜ਼ ਜਾਂ ਕਿਹੜੇ ਕੋਈ ਸਵਾਲ ਨੇ ਔਰ ਮੀਡੀਆ ਦੇ ਵਿੱਚ ਜਾਂ ਹੋਰ ਅਲੱਗ-ਅਲੱਗ ਸੋਰਸਿਸ ਦੇ ਵਿੱਚ ਇਹਦੇ ਬਾਰੇ 'ਚ ਕੀ ਚਰਚਾ ਚੱਲ ਰਹੀ ਹੈ, ਉਹਦੇ ਉੱਪਰ ਸਾਡਾ ਇਹ ਖਾਸ ਸੈਗਮੈਂਟ ਹੋਣਾ ਅਗਲੇ 10 ਮਿੰਟ ਦੇ ਲਈ। ਭੁਪਿੰਦਰ ਜੀ ਬਹੁਤ-ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਰਜਿੰਦਰ ਜੀ, ਰਾਮ ਪੰਜਾਬੀ ਸੁਣਨ ਵਾਲਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਰ ਆਪਾਂ ਸ਼ੁਰੂਆਤ ਕਰੀਏ ਇਸ ਵੇਲੇ ਇਸ ਪੁਆਇੰਟ ਤੋਂ ਕਿ ਵੈਕਸੀਨੇਸ਼ਨ ਨੂੰ ਲੈ ਕੇ ਓਨਟਾਰੀਓ ਦੇ ਵਿੱਚ ਇਸ ਵੇਲੇ ਮੌਜੂਦਾ ਸਥਿਤੀ ਕੀ ਹੈ? ਪ੍ਰੈਜ਼ੈਂਟ ਸਿਚੁਏਸ਼ਨ ਕਿਸ ਤਰ੍ਹਾਂ ਦੀ ਦੇਖਦੇ ਹੋ ਤੁਸੀਂ? ਹਰਜਿੰਦਰ ਜੀ, ਸਭ ਤੋਂ ਪਹਿਲਾਂ ਤਾਂ ਗੁੱਡ ਨਿਊਜ਼ ਇਹ ਹੈਗੀ ਕਿ ਵੈਕਸੀਨੇਸ਼ਨ ਅੱਜ ਰੋਲ ਆਊਟ ਕਰ ਦਿੱਤੀ ਗਈ ਹੈ। ਅੱਜ 3 ਮਈ ਨੂੰ ਓਨਟਾਰੀਓ ਦੇ ਵਿੱਚ ਤੇ 18 ਸਾਲ ਤੋਂ ਉੱਪਰ ਸਾਰੇ ਲੋਕੀ ਵੈਕਸੀਨੇਸ਼ਨ ਲੈ ਸਕਦੇ ਹੈਗੇ। ਹਾਂਜੀ। ਦੂਸਰੀ ਗੱਲ ਇਹ ਹੈਗੀ ਲਗਭਗ 50,000 ਤੋਂ ਉੱਪਰ ਵੈਕਸੀਨੇਸ਼ਨ ਡੇਲੀ ਜਿਹੜੀ ਓਨਟਾਰੀਓ ਦੇ ਵਿੱਚ ਹੋ ਰਹੀ ਹੈਗੀ ਆ। ਹੁਣ ਟੋਟਲ ਤੁਸੀਂ ਕਹਿ ਲਓ ਕਿ 3,75,000 ਲੋਕੀ ਫੁੱਲੀ ਵੈਕਸੀਨੇਟਡ ਹੋ ਚੁੱਕੇ ਹੈਗੇ ਔਰ 5,37,000 ਦੇ ਕਰੀਬ ਟੋਟਲ ਡੋਜ਼ਸ ਹੋ ਗਈਆਂ, ਜਿਹਦੇ ਵਿੱਚ ਕੁਝ ਕਹਿ ਲਓ ਕਿ ਸਿੰਗਲ ਡੋਜ਼ ਵੀ ਹੈਗੀਆਂ, ਕੁਝ ਡਬਲ ਡੋਜ਼ ਦੋਨਾਂ ਨੂੰ ਮਿਲਾ ਕੇ। ਤੇ ਇਹ ਬੜਾ ਇੰਪੋਰਟੈਂਟ ਹੈਗਾ। ਇਹਦੇ ਨਾਲ ਤੇ ਜਿਹੜੀਆਂ ਜਾਨਾਂ ਬਚ ਵੀ ਰਹੇ ਜਾਣਗੀਆਂ ਤੇ ਉਹਦੇ ਉੱਪਰ ਟਰਾਂਸਮਿਸ਼ਨ ਜਿਹੜਾ ਹੋ ਰਿਹਾ ਹੈਗਾ ਵਾਇਰਸ ਦਾ, ਉਹ ਵੀ ਘੱਟ ਹੋ ਜਾਏਗਾ। ਠੀਕ ਹੈ। ਦੂਸਰਾ ਪੁਆਇੰਟ ਇਹ ਸੀ ਕਿ ਪੀਅਰਸਨ ਏਅਰਪੋਰਟ ਤੇ ਜਿਹੜੀ ਰਿਸਟ੍ਰਿਕਸ਼ਨ ਲਾਈਆਂ ਹੈਗੀਆਂ ਉਹਦੇ ਨਾਲ ਵੀ ਕਾਫੀ ਫਰਕ ਪਿਆ ਹੈਗਾ। ਜਿਹੜਾ ਇਹਦੀ ਕੀ ਕਹਿੰਦੇ ਆ ਆਪਣਾ ਵਾਇਰਸ ਜਿਹੜਾ ਟਰਾਂਸਮਿਟ ਹੋ ਰਿਹਾ ਸੀ, ਇਹਦੇ ਉੱਪਰ ਕਾਫੀ ਫਰਕ ਪਿਆ ਹੈਗਾ। ਬਟ ਸਾਰੀਆਂ ਫਲਾਈਟਾਂ ਹਾਲੇ ਤੁਸੀਂ ਕਹਿ ਲਓ ਕਿ ਪੀਅਰਸਨ ਏਅਰਪੋਰਟ ਪੂਰੀ ਤਰ੍ਹਾਂ ਬੰਦ ਨਹੀਂ ਹੈਗਾ। ਫਲਾਈਟਾਂ ਜਿਹੜੀਆਂ UK ਵਗੈਰਾ ਅਦਰ ਕੰਟਰੀਜ਼ ਤੋਂ ਆ ਹੀ ਰਹੀਆਂ ਹੈਗੀਆਂ। ਹੋਟਲ 'ਚ ਲੋਕੀ ਜਾ ਰਹੇ ਹੈਗੇ ਔਰ ਹੋਟਲਸ 'ਚ ਵੀ ਕੁਝ ਮੈਂ ਖਬਰ ਸੁਣਨ ਨੂੰ ਆਈ ਹੈਗੀ ਕਿ ਹੋਟਲਾਂ ਵਿੱਚ ਵੀ ਜਿਹੜੀ ਇਹ ਬ੍ਰੇਕਆਊਟ ਹੋ ਰਿਹਾ ਹੈਗਾ, ਜਿਹੜੀ ਕਿ ਇੱਕ ਮੇਜਰ ਪ੍ਰੋਬਲਮ ਸਾਨੂੰ ਓਨਟਾਰੀਓ 'ਚ ਫੇਸ ਹੋ ਰਹੀ ਹੈ। ਠੀਕ ਹੈ। ਤੇ ਨਾਲ ਸਰ ਜਿਹੜੀ ਹੁਣ ਇਹ ਜਿਹੜੀਆਂ ਸਾਰੀਆਂ ਨਵੀਆਂ ਇੰਸਟਰਕਸ਼ਨਸ ਆ ਰਹੀਆਂ ਨੇ, ਉਹਦੇ ਨਾਲ ਤੁਹਾਨੂੰ ਲੱਗਦਾ ਕਿ ਜੇ ਏਅਰਪੋਰਟ ਦੇ ਉੱਤੇ ਜਾਂ ਹੋਰ ਬਾਕੀ ਜਿੱਥੇ ਵੀ ਉਹ ਕਿਤੇ ਇਹ ਤਾਂ ਨਹੀਂ ਕਿ ਸਿਰਫ ਇੰਸਟਰਕਸ਼ਨਸ ਜਾਰੀ ਕਰਨ ਤੱਕ ਹੀ ਹੈ ਸੀਮਤ, ਉਹਨੂੰ ਇੰਪਲੀਮੈਂਟ ਕਰਨ ਦੇ ਉੱਤੇ ਕੋਈ ਐਫਰਟ ਨਹੀਂ ਕੀਤੇ ਜਾ ਰਹੇ? ਕੁਛ ਇਹਦੇ ਤੇ ਕੋਈ ਪੁਆਇੰਟਸ ਦੇਖੇ ਹੁਣ? ਨਹੀਂ, ਇੰਪਲੀਮੈਂਟ ਹੋ ਰਹੀ ਹੈਗੀਆਂ, ਬਟ ਇਹ ਮਤਲਬ ਲੂਪ ਹੋਲ ਜਿਹੜੇ ਉਹ ਛੱਡੇ ਜਾ ਰਹੇ ਹੈਗੇ। ਹੁਣ ਜਿੱਦਾਂ ਤੁਸੀਂ ਕਹਿ ਲਓ ਕਿ ਡਾਇਰੈਕਟ ਫਲਾਈਟਾਂ ਪਾਕਿਸਤਾਨ ਇੰਡੀਆ ਤੋਂ ਬੰਦ ਹੈਗੀਆਂ, ਬਟ ਇਨਡਾਇਰੈਕਟਲੀ ਤੁਸੀਂ ਆ ਸਕਦੇ ਹੋ। ਤੁਸੀਂ ਨੇਪਾਲ ਜਾ ਕੇ ਆ ਸਕਦੇ ਹੋ, ਤੁਸੀਂ ਜਾਪਾਨ ਤੋਂ ਆ ਸਕਦੇ ਹੋ। ਤੇ ਇਹਨਾਂ ਵਿੱਚ ਲੂਪ ਹੋਲ ਜਿਹੜੇ ਛੱਡੇ ਗਏ ਆ ਬਿਕੋਜ਼ ਗੌਰਮੈਂਟ ਜਾਂ ਤੁਸੀਂ ਕਹਿ ਲਓ ਮਸ਼ੀਨਰੀ ਕਾਫੀ ਪ੍ਰੈਸ਼ਰਾਈਜ਼ ਹੈ। ਤੇ ਜਿਹੜਾ ਵੀ ਇਹਦੇ ਉੱਪਰ ਕੋਈ ਲਾਗੂ ਕਰਨ ਦਾ ਟੈਕਨੀਕ ਬਣਾਉਂਦਾ ਹੈਗਾ, ਕਿਤੇ ਨਾ ਕਿਤੇ ਉਹ ਲੂਪ ਹੋਲ ਰਹਿ ਜਾਂਦਾ ਹੈ ਤੇ ਉਸ ਲੂਪ ਹੋਲ ਦਾ ਲੋਕੀ ਫਾਇਦਾ ਚੱਕਦੇ ਆ। ਲੋਕੀ ਤੇ ਆਪਣੇ ਫਾਇਦੇ ਲਈ ਦੇਖ ਰਹੇ ਆ, ਬਟ ਅਲਟੀਮੇਟਲੀ ਜਿਹੜੇ ਐਫਰਟਸ ਇੱਥੇ ਓਨਟਾਰੀਓ 'ਚ ਲੱਗ ਰਹੇ ਹੈਗੇ, ਕਿਉਂਕਿ ਹੁਣ ਇੱਕ ਮਲਟੀ ਪ੍ਰੋਂਗ ਅਟੈਕ ਹੈ ਵੈਕਸੀਨੇਸ਼ਨ ਦੇ ਉੱਪਰ। ਓਨਟਾਰੀਓ ਗੌਰਮੈਂਟ ਨੇ ਜਿਹੜਾ ਕੀਤਾ ਹੈਗਾ, ਹੁਣ ਹੌਟ ਸਪੌਟਸ ਤੇ ਜਾ ਰਹੇ ਹੈਗੇ, ਮੋਬਾਈਲ ਕਲੀਨਿਕਸ ਹੈਗੀਆਂ, ਪੌਪ-ਅਪ ਜਿਹੜੀ ਫਾਰਮੇਸੀਜ਼ ਤੇ ਲੋਕੀ ਜਾ ਰਹੇ ਹੈਗੇ। ਬਿਕੋਜ਼ ਹੁਣ ਅਗਰ ਅਸੀਂ ਇਹ ਚੀਜ਼ਾਂ ਨਹੀਂ ਕਰਾਂਗੇ ਤੇ ਅਸੀਂ ਆਈ ਡੋਂਟ ਥਿੰਕ ਕਿ ਵੈਕਸੀਨੇਸ਼ਨ ਜਿਹੜੀ ਆ ਫੁੱਲੀ ਅਸੀਂ ਲੋਕਾਂ ਨੂੰ ਦੇ ਪਾਵਾਂਗੇ। ਔਰ ਕੰਡੀਸ਼ਨ ਕਾਫੀ ਮਾੜੀ ਹੈ। 600 ਤੋਂ ਉੱਪਰ ਬੰਦਾ ਜਿਹੜਾ ਇਸ ਟਾਈਮ ਤੇ ਵੈਂਟੀਲੇਟਰ ਤੇ ਹੈਗਾ, 800 ਤੋਂ ਉੱਪਰ ਬੰਦਾ ਇਸ ਟਾਈਮ ICU ਦੇ ਵਿੱਚ ਹੈਗਾ। ਰਾਈਟ। ਅੱਛਾ, ਓਵਰਆਲ ਤੁਸੀਂ ਜਿਹੜੀਆਂ ਅਲੱਗ-ਅਲੱਗ ਮੀਡੀਆ ਹਾਊਸਿਸ ਨੂੰ ਵੀ ਫੋਲੋ ਕਰਦੇ ਰਹਿੰਦੇ ਹੋ, ਕਾਫੀ ਦੇਖਦੇ ਰਹਿੰਦੇ ਹੋ ਕਿ ਮੀਡੀਆ ਦੇ ਵਿੱਚ ਇਸ ਸਾਰੀ ਤਿਆਰੀ ਦੇ ਬਾਰੇ 'ਚ ਜਾਂ ਓਵਰਆਲ ਅਸੀਂ ਸਪੈਸੀਫਿਕਲੀ ਜੇ ਸਪੈਸ਼ਲ ਓਨਟਾਰੀਓ ਤੇ ਕੇਂਦਰਿਤ ਹੋਈਏ, ਕਿਵੇਂ ਦੇਖ ਰਹੇ ਨੇ ਅਲੱਗ-ਅਲੱਗ ਮੀਡੀਆ ਹਾਊਸਿਸ? ਦੇਖੋ, ਓਨਟਾਰੀਓ ਜਿਹੜਾ ਹੈਗਾ, ਅਗਰ ਤੁਸੀਂ ਇਹਦਾ ਕੰਪੈਰੀਜ਼ਨ ਬਾਕੀ ਪ੍ਰੋਵਿੰਸ ਦੇ ਨਾਲ ਕਰੋਗੇ ਤੇ ਅਸੀਂ ਕੋਈ ਜ਼ਿਆਦਾ ਵਧੀਆ ਨਹੀਂ ਕਰ ਰਹੇ। ਅਸੀਂ ਕੋਈ 29% ਦੇ ਉੱਪਰ ਹੈਗੇ ਸਾਨੂੰ ਵੈਕਸੀਨੇਸ਼ਨ ਜਿਹੜੀ ਅਲਾਟ ਹੋਈ ਸੀ। ਐਂਡ ਆਈ ਡੋਂਟ ਨੋ ਕਾਰਨ ਇਹਦਾ ਕੀ ਰਿਹਾ ਹੈਗਾ, ਬਿਕੋਜ਼ ਪ੍ਰੋਵਿੰਸ 'ਚ ਤੁਹਾਨੂੰ ਪਤਾ ਗੌਰਮੈਂਟ ਅਲੱਗ ਹੈਗੀ, ਫੈਡਰਲ ਗੌਰਮੈਂਟ ਅਲੱਗ ਹੈਗੀ, ਇਹਨਾਂ ਦਾ ਆਪਸ ਵਿੱਚ ਕੁਝ ਤਾਲਮੇਲ ਨਹੀਂ ਸੀ ਮਿਲ ਰਿਹਾ। ਬਟ ਹੁਣ ਜਾ ਕੇ ਫੈਡਰਲ ਗੌਰਮੈਂਟ ਨੇ ਜਦੋਂ ਦੇਖਿਆ ਹੈਗਾ ਕਿ ਕੰਡੀਸ਼ਨ ਵਰਸ ਹੋ ਰਹੀ ਹੈਗੀ, ਹੁਣ ਉਹ ਹੈਲਪ ਲਈ ਅੱਗੇ ਆਏ ਹੈਗੇ। ਐਂਡ ਆਈ ਥਿੰਕ ਆਉਣ ਵਾਲੇ ਦਿਨਾਂ ਦੇ ਵਿੱਚ ਚੀਜ਼ਾਂ ਜਿਹੜੀਆਂ ਜਦੋਂ May 20 ਨੂੰ ਆਪਣਾ ਲਾਕਡਾਊਨ ਖਤਮ ਹੋਣ ਵਾਲਾ ਹੈ, ਜਾਂ ਤਾਂ ਐਕਸਟੈਂਡ ਕਰਨਾ ਹੈਗਾ ਨਹੀਂ ਕਰਨਾ ਹੈਗਾ, ਉਹਦੇ ਤੇ ਡਿਸੀਜਨ ਹੋਏਗਾ। ਤੇ ਆਈ ਥਿੰਕ ਚੀਜ਼ਾਂ ਜਿਹੜੀਆਂ ਹੁਣ ਵਧੀਆ ਤਰੀਕੇ ਨਾਲ ਹੋਣਗੀਆਂ, ਬਿਕੋਜ਼ ਵੈਕਸੀਨੇਸ਼ਨ ਹੁਣ ਸਾਡੇ ਕੋਲ ਅਵੇਲੇਬਲ ਹੈਗੀ। ਹਾਲਾਂਕਿ ਜੌਨਸਨ ਐਂਡ ਜੌਨਸਨ ਦੀ ਜਿਹੜੀ ਵੈਕਸੀਨੇਸ਼ਨ ਹੈਗੀ 3 ਲੱਖ ਡੋਜ਼ਸ
ਉਹ ਹਾਲੀ ਹੋਲਡ ਤੇ ਰੱਖੀਆਂ ਹੋਈਆਂ ਹੈਗੀਆਂ ਹੈਲਥ ਕੈਨੇਡਾ ਦੀ ਵਜ੍ਹਾ ਨਾਲ, ਹੈਲਥ ਕੈਨੇਡਾ ਨੇ, ਕਿਉਂਕਿ ਉਹਦੇ ਉੱਪਰ ਕੁਝ ਡਾਊਟ ਸੀ ਕਿ ਉਹਦੇ ਕੁਝ ਸਾਈਡ ਇਫੈਕਟ ਜਿਹੜੇ ਹੈਗੇ ਸੀ। ਅਗਰ ਜੌਨਸਨ ਐਂਡ ਜੌਨਸਨ ਇਹਦੇ ਵਿੱਚ ਆ ਜਾਂਦੀ ਹੈਗੀ ਤੇ ਆਈ ਥਿੰਕ ਵੈਕਸੀਨੇਸ਼ਨ ਦੀ ਸਪੀਡ ਅਪ ਜਿਹੜਾ ਹੋਰ ਹੋ ਜਾਊਗਾ। ਅੱਛਾ, ਜਿਹੜੀ ਹੁਣ ਆਪਾਂ ਜੇ ਗੱਲ ਕਰੀਏ, ਮੈਂ ਥੋੜ੍ਹੀ ਦੇਰ ਪਹਿਲਾਂ ਸਾਡੇ ਮੈਂਬਰ ਪ੍ਰੋਵਿੰਸ਼ਲ ਪਾਰਲੀਮੈਂਟ ਪ੍ਰਮੀਤ ਸਰਕਾਰੀਆ ਹੋਰਾਂ ਦੇ ਨਾਲ ਵੀ ਗੱਲ ਕਰ ਰਿਹਾ ਸੀ। ਉਹਨਾਂ ਨੂੰ ਵੀ ਮੈਂ ਇਹ ਸਵਾਲ ਪੁੱਛਿਆ ਸੀ ਕਿ ਜਿਹੜਾ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਗੱਲ ਕੀਤੀ ਜਾ ਰਹੀ ਸੀ ਕਿ ਪਹਿਲੀ ਡੋਜ਼ ਤੋਂ ਬਾਅਦ 28 ਦਿਨਾਂ ਤੱਕ 4 ਹਫ਼ਤਿਆਂ ਤੱਕ ਜਿਹੜੀ ਸੈਕਿੰਡ ਡੋਜ਼ ਲੈਣੀ ਪੈਣੀ ਹੈ, ਹੁਣ ਉਹ ਸਮਾਂ ਜਿਹੜਾ 4 ਮਹੀਨਿਆਂ ਦਾ ਗੈਪ ਜਿਹੜਾ ਦੇ ਦਿੱਤਾ ਗਿਆ। ਥੋੜ੍ਹਾ ਟੈਕਨੀਕੈਲਿਟੀਜ਼ ਦੱਸਣਾ ਚਾਹੋ, ਇਹਦੇ ਚੰਗੇ ਮਾੜੇ ਪੱਖ ਜਾਂ ਕਿਉਂ ਹੈ, ਇਹਦਾ ਫਾਇਦਾ ਨੁਕਸਾਨ ਕੀ ਹੈ? ਦੇਖੋ, ਜਿਹੜਾ ਗੈਪ ਤੁਸੀਂ 28 ਦਿਨ ਦਾ ਕਹਿ ਰਹੇ ਹੋ, ਫਾਈਜ਼ਰ ਦਾ 21 ਡੇਜ਼, ਮੋਡਰਨਾ, ਐਸਟਰਾ ਦਾ 12 ਵੀਕ, ਇਹ ਕੰਪਨੀਜ਼ ਨੇ ਦਿੱਤਾ ਹੋਇਆ ਫॉर ਦੀ ਇਫੈਕਟਿਵਨੈਸ ਆਫ ਦੀ ਮੈਡੀਸਿਨ। ਬਟ ਰਾਈਟ ਨਾਓ ਜਿਹੜੀ ਸਟ੍ਰੈਟਜੀ ਬਣਾਈ ਹੋਈ ਹੈ, ਇਹ ਸਟ੍ਰੈਟਜੀ ਹੈਲਥ ਕੈਨੇਡਾ ਨੇ ਨਹੀਂ ਬਣਾਈ, ਇਹ ਨੈਸ਼ਨਲ ਐਡਵਾਈਜ਼ਰੀ ਕਮੇਟੀ ਜਿਹੜੀ ਹੁੰਦੀ ਆ ਔਨ ਇਮਿਊਨਾਈਜੇਸ਼ਨ ਉਹਨੇ ਬਣਾਈ ਹੈ। ਬਿਕੋਜ਼ ਰਾਈਟ ਨਾਓ ਜਿਹੜੀ ਸਟ੍ਰੈਟਜੀ ਹੈ 4 ਮਹੀਨੇ ਦਾ ਗੈਪ ਉਸ ਲੈਵਲ ਤੇ ਬਣੀ ਹੈਗੀ ਕਿ ਜਿੰਨੀ ਮੈਡੀਸਿਨ ਸਾਡੇ ਕੋਲ ਅਵੇਲੇਬਲ ਹੈਗੀ, ਬਿਕੋਜ਼ ਸਿਚੁਏਸ਼ਨ ਡੇਲੀ ਟੂ ਡੇਲੀ ਚੇਂਜ ਹੋ ਰਹੀ ਹੈ। ਰਾਈਟ ਨਾਓ ਫੈਡਰਲ ਗਵਰਨਮੈਂਟ ਕਹਿ ਰਹੀ ਹੈਗੀ ਕਿ ਜੂਨ ਦੇ ਐਂਡ ਤੱਕ ਸਾਨੂੰ 44 ਮਿਲੀਅਨ ਤੱਕ ਮੈਡੀਸਿਨ ਮਿਲ ਜਾਣੀ ਚਾਹੀਦੀ ਹੈ, ਬਟ ਜੂਨ ਦੇ ਵਿੱਚ ਕੀ ਹੋਣਾ ਸਿਚੁਏਸ਼ਨ ਦੇ ਡੋਂਟ ਨੋ। ਸੋ ਰਾਈਟ ਨੂੰ ਜਿਹੜਾ ਸਾਡੇ ਕੋਲ ਸਟਾਕ ਹੈਗਾ ਜਾਂ ਜਿਹੜਾ ਸਾਡੇ ਕੋਲ ਕਨਫਰਮ ਸਟਾਕ ਆਉਣ ਵਾਲਾ ਹੈਗਾ, ਉਹਦੇ ਉੱਪਰ ਉਹਦੇ ਬੇਸਿਸ ਦੇ ਉੱਪਰ ਅਸੀਂ 4 ਮਹੀਨੇ ਦਾ ਗੈਪ ਰੱਖਿਆ ਹੋਇਆ। ਲੇਕਿਨ ਇਹ ਗੈਪ ਉਹਨਾਂ ਰਹਿਣਾ ਨਹੀਂ ਹੈਗਾ, ਬਿਕੋਜ਼ ਅਲਟੀਮੇਟਲੀ ਜੌਨਸਨ ਐਂਡ ਜੌਨਸਨ ਦਾ ਅਪਰੂਵਲ ਜਿਸਲੇ ਆ ਗਿਆ, ਤੁਹਾਨੂੰ ਪਤਾ ਹੋਣਾ ਜੌਨਸਨ ਐਂਡ ਜੌਨਸਨ ਦਾ ਸਿਰਫ ਸਿੰਗਲ ਸ਼ਾਟ ਜਿਹੜਾ ਚਾਹੀਦਾ ਹੁੰਦਾ, ਉਹਦੇ ਡਬਲ ਡੋਜ਼ ਨਹੀਂ ਹੈਗੇ। ਤੇ ਜੌਨਸਨ ਐਂਡ ਜੌਨਸਨ ਜਿਸਲੇ ਅਪਰੂਵ ਮਤਲਬ ਅਗਰ ਜਿਹੜੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਉਹਨੂੰ ਬੋਲਦੀ ਹੈਗੀ ਕਿ ਇਹ ਲੱਗ ਜਾਏ ਅਗਰ, ਤੇ ਉਹਦੇ ਬਾਅਦ ਇੱਕ ਮੇਜਰ ਪਲੇਅਰ ਹੋਊਗਾ ਮਤਲਬ ਵੈਕਸੀਨੇਸ਼ਨ ਦੇ, ਤੇ ਫਿਰ ਜਿਹੜਾ 4 ਮਹੀਨੇ ਦਾ ਗੈਪ ਹੋ ਸਕਦਾ 1 ਜਾਂ 1.5 ਮਹੀਨੇ ਦੇ ਵਿੱਚ ਆ ਜਾਏ। ਅੱਛਾ, ਕਈ ਲੋਕ ਚਿੰਤਤ ਵੀ ਨੇ, ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਸਾਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ ਕਿ ਨਹੀਂ, ਕਿਤੇ ਇਹਦੇ ਕੋਈ ਸਾਈਡ ਇਫੈਕਟਸ ਨਾ ਹੋਣ। ਔਰ ਕੁਛ ਇੱਕ ਖਬਰਾਂ ਵੀ ਜਦੋਂ ਦੇਖਦੇ ਹਾਂ ਤਾਂ ਲੋਕ ਥੋੜ੍ਹਾ ਜਿਹਾ ਡਰ ਵਾਲਾ ਮਾਹੌਲ ਵੀ ਬਣਿਆ ਹੋਇਆ। ਤੁਹਾਡੀਆਂ ਫਾਈਂਡਿੰਗਸ ਕੀ ਨੇ ਇਹਦੇ 'ਤੇ? ਦੇਖੋ, ਇਹਦੇ ਉੱਪਰ ਜ਼ਿਆਦਾ ਅਗਰ ਤੁਸੀਂ ਦੇਖੋਗੇ ਤੇ ਐਨਜ਼ਾਈਟੀ ਦਾ ਜ਼ਿਆਦਾ ਰੋਲ ਹੈਗਾ। ਐਨਜ਼ਾਈਟੀ ਲੋਕ ਦੂਸਰਿਆਂ ਨੂੰ ਦੇਖਦੇ ਆ ਕਿ ਫਲਾਣੇ ਨੂੰ ਸਾਈਡ ਇਫੈਕਟ ਹੋ ਗਿਆ, ਬਟ ਅਗਰ ਇਹਨਾਂ ਦਾ ਤੁਸੀਂ ਟੋਟਲ ਦੇਖੋ ਤੇ 1 ਲੱਖ ਦੇ ਪਿੱਛੇ 4 ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਕੁਝ ਐਲਰਜਿਕ ਜਾਂ ਕੋਈ ਤੁਸੀਂ ਕਹਿ ਲਓ ਰਿਐਕਸ਼ਨ ਜਿਹੜਾ ਉਹ ਹੋ ਰਿਹਾ ਹੈਗਾ। ਇਹਨਾਂ ਦੀ ਮਾਤਰਾ ਬਹੁਤ, ਬਿਕੋਜ਼ ਇਹਦੀ ਟਰਾਇਲਸ ਹੋਈਆਂ, ਜਿਹੜਾ ਫਾਈਜ਼ਰ ਐਂਡ ਮੋਡਰਨਾ ਜਦੋਂ ਦਵਾਈਆਂ ਬਣਾਈਆਂ ਗਈਆਂ, ਕਾਫੀ ਰੋਬਸਟ ਕਾਈਂਡ ਆਫ ਟਰਾਇਲਸ ਦੇ ਵਿੱਚ ਇਹ ਕੀਤੀਆਂ ਗਈਆਂ ਸੀ। ਇਹਨਾਂ ਦਾ ਕੋਈ ਇੰਨਾ ਜ਼ਿਆਦਾ ਐਲਰਜਿਕ ਰਿਐਕਸ਼ਨ ਨਹੀਂ ਹੈਗਾ ਕਿ ਤੁਸੀਂ ਕਹਿ ਲਓ ਕਿ ਹਜ਼ਾਰਾਂ ਜਾਂ 100 ਬੰਦੇ ਨੂੰ ਇੱਦਾਂ ਹੋ ਰਿਹਾ ਹੈਗਾ। ਨਾਲੇ ਇਹ ਇੱਕ ਦੂਸਰੇ ਨਾਲ ਦੇਖਣ ਦੇ ਨਾਲ ਵੀ ਹੋ ਜਾਂਦਾ, ਇੱਕ ਇਹਨੂੰ ਕਹਿੰਦੇ ਸਾਈਕੋਲੋਜੀਕਲੀ ਮਾਸ ਹੈਸਟੇਰੀਆ, ਕਿ ਦੂਸਰੇ ਬੰਦੇ ਨੂੰ ਹੋਇਆ ਤੇ ਇੱਕ ਬੰਦੇ ਨੂੰ ਫਿਰ ਉਹ ਡਰ ਲੱਗਣਾ ਸ਼ੁਰੂ ਹੋ ਜਾਂਦਾ। ਤੇ ਉਹ ਡਰ ਜਿਹੜਾ ਹੈਗਾ ਤੁਹਾਡਾ ਫਿਜ਼ੀਕਲ ਰਿਸਪੌਂਸ ਵੀ ਦਵਾਈ ਨੂੰ ਦੱਸਦਾ ਹੈਗਾ, ਫਿਜ਼ੀਕਲ ਵੀ ਤੁਹਾਡੀ ਬਾਡੀ ਉਹਦੇ ਨਾਲ ਉੱਦਾਂ ਦਾ ਰਿਐਕਟ ਕਰਦੀ ਹੈਗੀ। ਤੁਸੀਂ ਨੋਟਿਸ ਕੀਤਾ ਹੋਣਾ ਜਿਹਨਾਂ ਵੀ ਦਵਾਈ ਲਗਾਈ ਹੈਗੀ ਉਹਨਾਂ ਨੂੰ ਕੋਈ ਨੌਜ਼ੀਆ, ਵੋਮਿਟਿੰਗ ਜਾਂ ਇੱਦਾਂ ਦਾ ਸੀਨ ਵੀ ਉਹਨਾਂ ਨੂੰ ਫੀਲ ਹੁੰਦੇ ਆ। ਤੇ ਉਹ ਦੂਜੇ ਜਿੱਦਾਂ ਤੁਸੀਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਬੱਸ 'ਚ ਦੇਖਾਂ, ਅਗਰ ਕੋਈ ਵੋਮਿਟਿੰਗ ਕਰ ਰਿਹਾ ਹੁੰਦਾ ਤਾਂ ਉਹਨੂੰ ਦੇਖ ਕੇ ਦੂਸਰੇ ਬੰਦੇ ਨੂੰ ਵੀ ਵੋਮਿਟਿੰਗ ਆ ਜਾਂਦੀ ਹੈ। ਤੁਸੀਂ ਨੋਟਿਸ ਕੀਤਾ ਹੋਣਾ ਅਗਰ ਤੁਸੀਂ ਪਹਾੜੀ ਇਲਾਕੇ ਜਾਓ ਤਾਂ ਇਹ ਇੱਕ ਬੜਾ ਕਾਮਨ ਜਿਹਾ ਫਿਨੋਮੀਨਾ। ਬਟ ਇਹ ਕੋਈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਕੋਈ ਡੇਂਜਰਸ ਹੈਗਾ ਜਾਂ ਇਹਦੇ ਨਾਲ ਜਾਨ ਨੂੰ ਕੋਈ ਖਤਰਾ ਹੈਗਾ। ਤੁਸੀਂ ਦੇਖੋ ਕਿ 4 ਲੋਕਾਂ ਨੂੰ 10,000 ਲੋਕ ਨੂੰ ਅਗਰ ਇੰਜੈਕਸ਼ਨ ਲੱਗ ਰਿਹਾ, ਉਹਦੇ ਵਿੱਚ ਸਿਰਫ 4 ਨੂੰ ਇਹ ਨਾਰਮਲ ਐਲਰਜਿਕ ਰਿਐਕਸ਼ਨ ਹੁੰਦੇ ਹੈਗੇ, ਜਿਹੜੇ ਕਿ ਮਤਲਬ ਬਹੁਤ ਘੱਟ ਹੈਗੇ। ਅੱਛਾ, ਹੁਣ ਓਵਰਆਲ ਇੱਕ ਸਿਚੁਏਸ਼ਨ ਦੇਖੀਏ ਇਸ ਵੇਲੇ ਜੇ ਵਰਲਡ ਲੈਵਲ 'ਤੇ, ਫਿਰ ਉਹਨੂੰ ਅਸੀਂ ਕੈਨੇਡਾ ਲੈਵਲ 'ਤੇ ਔਰ ਇੰਡੀਆ ਲੈਵਲ ਦੇ ਉੱਪਰ ਜੇ ਅਸੀਂ ਥੋੜ੍ਹਾ ਜਿਹਾ ਇਹਦੇ 'ਤੇ ਝਾਤ ਮਾਰਨੀ ਹੋਵੇ ਤਾਂ ਕਿਵੇਂ ਦੇਖ ਰਹੇ ਹੋ ਇਸ ਵੇਲੇ ਵੈਕਸੀਨੇਸ਼ਨ ਰੋਲ ਆਊਟ ਨੂੰ? ਦੇਖੋ, ਵੈਕਸੀਨੇਸ਼ਨ ਰੋਲ ਆਊਟ ਉੱਦਾਂ ਹੀ ਹੈਗਾ ਇਸ ਟਾਈਮ। ਜਿਹੜੀ ਸਭ ਤੋਂ ਵਧੀਆ ਸਿਚੁਏਸ਼ਨ ਉਹ ਹੈ US ਦੀ ਚੱਲ ਰਹੀ ਹੈਗੀ। US ਦੇ ਵਿੱਚ ਕਾਫੀ ਹੱਦ ਤੱਕ ਵੈਕਸੀਨੇਸ਼ਨ ਜਿਹੜੀ ਹੋ ਗਈ ਹੈਗੀ। ਕੁਝ ਕੰਟਰੀਜ਼ ਜਿੱਦਾਂ ਇਜ਼ਰਾਈਲ ਹੈਗੀ, ਡੈਨਮਾਰਕ, ਕੁਝ ਕੰਟਰੀ ਹੈਗੀ ਜਿਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਹੈਗਾ ਮਾਸਕ ਵੀ ਹਟਾ ਦਿੱਤੇ ਹੈਗੇ। ਔਰ ਇਹਨਾਂ ਨੇ ਤਾਂ ਕਰ ਪਾਏ ਹੈਗੇ ਬਿਕੋਜ਼ ਇਹਨਾਂ ਦੀ ਰਿਸਟ੍ਰਿਕਸ਼ਨਸ ਬਹੁਤ ਸਟ੍ਰਿਕਟ ਸੀ। ਨਿਊਜ਼ੀਲੈਂਡ ਜਿੱਦਾਂ ਕੰਟਰੀ ਹੈਗੀ, ਆਸਟ੍ਰੇਲੀਆ ਵੀ ਉਹਦੇ ਵਿੱਚ ਹੈਗੀ। ਆਸਟ੍ਰੇਲੀਆ ਨੇ ਤਾਂ ਇਵਨ ਇਹ ਵੀ ਕਹਿ ਦਿੱਤਾ ਹੈਗਾ ਕਿ ਉਹਨਾਂ ਦੇ ਕੋਈ ਅਗਰ ਇੰਡੀਆ ਦੇ ਵਿੱਚ ਆਸਟ੍ਰੇਲੀਅਨ ਰਹਿ ਰਹੇ ਹੈਗੇ, ਅਗਰ ਉਹ ਵਾਪਸ ਆਉਣਗੇ ਤਾਂ ਉਹਨਾਂ ਨੂੰ ਜੇਲ੍ਹ ਤੱਕ ਹੋ ਸਕਦੀ ਹੈ। ਮਤਲਬ ਇੰਨੀ ਤਗੜੀ ਰਿਸਟ੍ਰਿਕਸ਼ਨ ਹੈਗੀਆਂ। ਬਟ ਇਹ ਰਿਸਟ੍ਰਿਕਸ਼ਨ ਅਸੀਂ ਕੈਨੇਡਾ ਦੇ ਉੱਪਰ ਨਹੀਂ ਲਾ ਪਾਏ, ਉਹਦੀ ਵਜ੍ਹਾ ਨਾਲ ਅਸੀਂ 4-5 ਮਹੀਨੇ ਡਿਲੇ ਵੀ ਹੋ ਗਏ ਔਰ ਡਿਲੇ ਦੇ ਕਾਰਨ ਸਾਨੂੰ ਇਹ ਹੁਣ ਫੇਸ ਕਰਨੀ ਪੈ ਰਹੀ ਹੈ ਸਿਚੁਏਸ਼ਨ। ਰਾਈਟ। ਸੋ ਦੋਸਤੋ, ਭੁਪਿੰਦਰ ਸਿੰਘ ਹੋਰਾਂ ਦੇ ਨਾਲ ਸਾਡੀ ਇਹ ਖਾਸ ਗੱਲਬਾਤ ਇਸ ਵੇਲੇ ਵੈਕਸੀਨੇਸ਼ਨ ਨੂੰ ਲੈ ਕੇ। ਭੁਪਿੰਦਰ ਜੀ, ਅਖੀਰ 'ਚ ਕੁਛ ਹੋਰ ਕਹਿਣਾ ਚਾਹੋ ਫਿਰ ਆਪਾਂ ਇਜਾਜ਼ਤ ਲਈਏ ਤੁਹਾਡੇ ਤੋਂ।
ਬਸ ਬਾਕੀ ਇੰਡੀਆ ਦੀ ਸਿਚੁਏਸ਼ਨ ਸਾਰੇ ਲੋਕਾਂ ਨੂੰ ਪਤਾ ਹੀ ਹੈਗੀ ਹੈ। ਉੱਥੇ ਇਸ ਟਾਈਮ B1 ਵੇਰੀਐਂਟ ਜਿਹੜਾ ਉਹ ਚੱਲ ਰਿਹਾ ਹੈਗਾ। ਕਾਫੀ ਲੋਕਾਂ ਨੇ ਉੱਥੇ ਮਦਦ ਪਹੁੰਚਾਈ ਹੈਗੀ। ਓਨਟਾਰੀਓ ਨੇ ਵੀ 3000 ਦੇ ਕਰੀਬਨ ਵੈਂਟੀਲੇਟਰ ਉੱਥੇ ਦਿੱਤੇ ਹੈ। ਔਰ ਇਸ ਟਾਈਮ ਦੀ ਸਭ ਤੋਂ ਹਿਊਮਨ ਰਿਲੀਫ ਸਭ ਤੋਂ ਵੱਡੀ ਜਿਹੜੀ US ਨੇ ਦਿੱਤੀ ਹੈਗੀ $17 ਮਿਲੀਅਨ ਦੀ ਇੱਕ ਹੈਲਪ ਉਹਨਾਂ ਨੇ ਭੇਜੀ ਹੈਗੀ, ਜਿਹਦੇ ਵਿੱਚ ਵੈਂਟੀਲੇਟਰ, ਆਕਸੀਜਨ, ਮੈਡੀਸਿਨ ਸਾਰਾ ਕੁਝ ਮਿਲਾ ਕੇ। ਉਹ ਆਈ ਥਿੰਕ ਇਹ ਨਿਊਜ਼ ਹੁਣੇ ਆਈ ਹੈ 2-3 ਮਿੰਟ ਪਹਿਲੇ, ਤੇ ਥੋੜੇ ਦਿਨਾਂ 'ਚ ਉੱਥੇ ਪਹੁੰਚ ਜਾਊਗੀ। ਐਂਡ ਉੱਥੇ ਬੇਸਿਕਲੀ ਉੱਥੇ ਅਨਕਾਊਂਟਡ ਡੈਥਸ ਜਿਹੜੀਆਂ ਕਾਫੀ ਹੋ ਰਹੀਆਂ, ਬਿਕੋਜ਼ ਪਿੰਡਾਂ ਦੇ ਵਿੱਚ ਡੈਥ ਹੋ ਰਹੀ ਜਿਹਨਾਂ ਦੀ ਕੋਈ ਕਾਊਂਟਿੰਗ ਹੀ ਨਹੀਂ ਹੈਗੀ, ਜਿਹਨਾਂ ਦੀ ਕੋਈ ਆਟੋਪੈਸੀ ਨਹੀਂ ਹੁੰਦੀ, ਨਾ ਕੁਝ ਹੋ ਰਿਹਾ। ਔਰ ਦੇਖਦੇ ਹਾਂ ਆਉਣ ਵਾਲੇ ਦਿਨਾਂ, ਬਿਕੋਜ਼ ਆਰਮੀ ਹੈਜ਼ ਬੀਨ ਕਾਲਡ ਔਨ। ਉੱਥੇ ਆਰਮੀ ਦੇ 6000 ਡਾਕਟਰਾਂ ਨੂੰ ਬੁਲਾ ਲਿਆ ਗਿਆ ਹੈਗਾ। ਨੇਵੀ, ਏਅਰਫੋਰਸ ਸਾਰੇ ਪ੍ਰੈਸਿੰਗ ਇਨ ਹੋਏ ਆ। ਬਸ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਕਿ ਕਿੱਦਾਂ ਅਸੀਂ ਇਹਦੇ ਕਾਬੂ ਪਾ ਸਕਦੇ। ਰਾਈਟ ਸਰ, ਬਹੁਤ ਮਿਹਰਬਾਨੀ ਬ੍ਰਦਰ, ਥੈਂਕ ਯੂ ਸੋ ਮਚ। ਅੱਜ ਦੇ ਲਈ ਤੁਸੀਂ ਇਹ ਖਾਸ ਅਪਡੇਟ ਸਾਡੇ ਤੱਕ ਪਹੁੰਚਦੀ ਕੀਤੀ, ਤੁਹਾਡਾ ਧੰਨਵਾਦ। ਥੈਂਕ ਯੂ ਮਿਹਰਬਾਨੀ ਸਰ। ਦੋਸਤੋ, ਇਹ ਸਨ ਭੁਪਿੰਦਰ ਸਿੰਘ ਹੋਰੀ, ਜਿਨ੍ਹਾਂ ਦੇ ਨਾਲ ਸਾਡੀ ਖਾਸ ਗੱਲਬਾਤ। ਤੇ ਸਾਡੇ ਇਸ ਸੈਗਮੈਂਟ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਰੀਮੈਕਸ ਗੋਲਡ ਦੀ ਟੀਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਕੋਈ ਵੀ ਰੀਅਲ ਸਟੇਟ ਨਾਲ ਰਿਲੇਟਡ ਕੋਈ ਟ੍ਰਾਂਜੈਕਸ਼ਨਸ ਕਰਨੀਆਂ ਹੋਣ ਤਾਂ ਸਾਡੀ ਟੀਮ ਦੇ ਨਾਲ 6474006862 ਟੀਮ harjindergill.com ਵੈਬਸਾਈਟ ਹੈ, ਜਾਂ ਫਿਰ 647 400 6862 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਕੁਝ ਰਿਕਾਰਡਡ ਮੈਸੇजेस ਤੇ ਫਿਰ ਉਸ ਤੋਂ ਬਾਅਦ ਅਗਲੇ ਸੈਗਮੈਂਟ ਵੱਲ ਵਧਦੇ ਹਾਂ। For all our latest updates, please subscribe G Media Group YouTube channel and press the bell icon.